ਆਸਟ੍ਰੇਲੀਆ ਨੂੰ ਕੁੱਟਿਆ ਉਹਨਾਂ ਨੇ, ਇੰਜ ਕੁੱਟਿਆ ਜਿਵੇਂ ਉਹ ਚਪੇੜਾਂ ਵਾਲੀ ਕਬੱਡੀ ਨਹੀਂ ਦੇਖੀ ਹੈ ਨਾ। ਬਾਬਰ ਆਜ਼ਮ ਦਾ ਨਾਂ ਹੀ ਨਾ ਲਓ, ਉਹਨੂੰ ਤਾਂ ਕੋਈ ਵੀ ਆਊਟ ਕਰ ਲੇ, ਇਹ ਤਾਂ ਕਿਸੇ ਖਾਤੇ 'ਚ ਨਹੀਂ, ਉਹਨੂੰ ਤਾਂ ਕੋਈ ਵੀ ਆਊਟ ਨਾ ਕਰ ਲੇ, ਪਲੇਅਰਾਂ 'ਚ ਨਾ ਸਪੇਅਰਾਂ 'ਚ ਨਾ ਤਿੰਨਾਂ 'ਚ ਨਾ 13 'ਚ। ਓਹੋ ਉਸ ਤੋਂ ਬਾਅਦ ਵੱਡਾ ਪੱਤਾ ਇਹ ਖੇਡਿਆ, ਆਸਟ੍ਰੇਲੀਆ ਭੇਜਤਾ ਸਿਡਨੀ ਸਿਕਸਰਸ ਚ। ਉੱਥੇ ਬਾਬਰ ਆਜ਼ਮ ਖਤ ਲਿਖਦਾ ਰਿਹਾ ਕਿ ਮੈਨੂੰ ਵਾਪਸ ਬੁਲਾਓ, ਵਾਪਸ ਬੁਲਾਓ। ਕਹਿੰਦਾ ਨਾ 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 ਪੁੱਤਰ ਪੂਰੇ ਮੈਚ ਖੇਡ ਕੇ ਆ, ਪੁੱਤਰ ਪੂਰੇ। ਉੱਥੇ ਪੂਰੀ ਤਰ੍ਹਾਂ ਐਕਸਪੋਜ਼ ਕਰਾਇਆ ਉਹਨੂੰ, ਉੱਥੋਂ ਬਿਲਕੁਲ ਲੋਕਾਂ ਨੂੰ ਪਤਾ ਲੱਗਾ ਕਿ ਯਾਰ ਇਹਦੇ ਪੱਲੇ ਕੁਛ ਨਹੀਂ ਹੈਗਾ, ਇਹਦੇ ਪੱਲੇ ਕੱਖ ਨਹੀਂ ਹੈਗਾ, ਠੀਕ ਹੈ। ਉਸ ਤੋਂ ਬਾਅਦ ਵਾਪਸ ਆਇਆ ਤੇ ਉਹਨੇ ਕਿਹਾ ਤੂੰ ਸਾਰੇ ਮੈਚ ਖੇਡਣੇ ਆ, ਲੋਕ ਗੱਲਾਂ ਕਰ ਰਹੇ ਆ ਕਿ ਬਾਬਰ ਨੂੰ ਬਿਠਾ ਦਿਓ, ਬਾਬਰ ਦੀ ਜਗ੍ਹਾ ਤੇ ਤੁਸੀਂ ਫਕਰ ਨੂੰ ਕਢਾਓ। ਕਹਿੰਦਾ ਨਾ ਨਾ ਨਾ, ਇਹਨੇ ਪੂਰੇ ਮੈਚ खेलने। बिस्मिल्लाहिर्रहमानिर्रहीम। नाजरीन, आज पाकिस्तान का ग्रुप स्टेज का आखिरी मैच है। अभी कुछ देर बाद पाकिस्तान का मैच है। पाकिस्तान जीतेगा, इंशाल्लाह जीतेगा पाकिस्तान। डर जा रहता है शायद साहब, बहुत डर रहता है, कोई पता नहीं। और ਜਿਹੜੀਆਂ ਖਬਰਾਂ ਆ ਰਹੀਆਂ ਸਕਲੈਨ ਮੁਸ਼ਤਾਕ ਸਾਹਿਬ ਦੇ ਬਿਆਨ, ਮਾਈਕ ਹੈਸਨ ਸਾਹਿਬ ਨੇ ਕਲਾਸ ਲਈ ਹੈ ਪੁਰਾਣੇ ਮੁੰਡਿਆਂ ਦੀ, ਔਰ ਛੋਟਾ ਜਿਹਾ ਪੁਰਾਣਿਆਂ ਦੀ ਨਹੀਂ, ਸੀਨੀਅਰ ਖਿਡਾਰੀਆਂ ਦੀ ਯਾਰ। ਬਾਬਰ ਆਜ਼ਮ ਦੀ, ਸ਼ਾਹੀਨ ਸ਼ਾਹ ਅਫਰੀਦੀ ਦੀ, ਉਸ ਤੋਂ ਬਾਅਦ ਸੁਣਿਆ ਸ਼ਾਦਾਬ ਦੀ ਵੀ ਕਲਾਸ ਕੀਤੀ। और शायद साहब देखो ना, पए पए ते पत्थर भी सीनियर हो जाता है। मतलब ये नहीं कि वो बहुत ही तजर्बाकार है, पुराना या सीनियर होने का मतलब की है कि यार जिथे ਅਸੀਂ ਫਸਾਂਗੇ ਸਾਡੇ ਵੱਡੇ ਬੈਠੇ ਸਾਨੂੰ ਕੱਢ ਲੈਣਗੇ, ਤੇ ਜਦੋਂ ਵੱਡੇ ਆਪ ਘੈਂ ਕਰ ਜਾਂਦੇ ਉੱਥੇ ਕੀ ਹੋਏਗਾ। ਨਹੀਂ, ਵੱਡਾ ਬੰਦਾ ਕਿਰਦਾਰ ਨਾਲ ਹੈ। ਨਾਜ਼ਰੀਨ ਮੇਰੀ ਗੱਲ ਤੋਂ ਐਗਰੀ ਕਰਨਗੇ, ਵੱਡਾ ਤੇ ਜ਼ਾਹਰੀ ਗੱਲ ਹੈ ਕਿਰਦਾਰ ਨਾਲ ਹੀ ਹੁੰਦਾ। ਹੁਣ ਬਾਬਰ ਆਜ਼ਮ ਨੂੰ ਤੁਸੀਂ ਦੇਖੋ ਨਾ, ਬਾਬਰ ਆਜ਼ਮ ਯਾਰ, ਫਿਰ ਤੁਸੀਂ ਨਾ, ਤੁਸੀਂ ਗੱਲ ਛੇੜੀ ਨਾ ਆਪ, ਮੈਂ ਜਦੋਂ ਗੱਲ ਕਰਦੇ ਤੁਸੀਂ ਕਹਿੰਦੇ ਹੋ ਕਿ ਜੀ ਪੁਰਾਣੇ ਜ਼ਖਮ ਨਾ ਕੱਢ। ਹੁਣ ਦੇਖੋ ਇੰਡੀਆ ਦਾ ਜਿਹੜਾ ਮੈਚ ਸੀ ਜੀ, ਬਾਬਰ ਆਜ਼ਮ ਦਾ ਰੋਲ ਸੀ ਐਂਕਰ ਰੋਲ, ਕਿ ਬਾਬਰ ਆਜ਼ਮ ਨੇ ਸਾਰਿਆਂ ਨੂੰ ਕਢਾਉਣਾ ਸੀ। ਬਿਲਕੁਲ, ਆਪ ਉਹਨੇ ਸਿੰਗਲ ਡਬਲ ਕਰਨਾ ਸੀ, ਬਾਕੀ ਉਹਨੂੰ ਕਹਿਣਾ ਸੀ ਸ਼ਾਬਾ ਮਾਰੋ। ਔਰ ਅਗਰ ਮੈਂ ਗਲਤ ਨਹੀਂ ਤੇ ਸਭ ਤੋਂ ਸੀਨੀਅਰ ਉਹੀ ਪਲੇਅਰ ਸੀ, ਸਭ ਤੋਂ ਸੀਨੀਅਰ ਬਾਬਰ ਆਜ਼ਮ। ਦੱਸੋ, ਬਾਬਰ ਆਜ਼ਮ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਔਰ ਸਭ ਤੋਂ ਆਖਰੀ ਮੈਚ ਅਗਰ ਕੁਝ ਕਰ ਜਾਂਦਾ ਤਾਂ। ਦੇਖੋ ਹੁਣ ਮੈਂ ਨਾ ਥੱਕ ਗਿਆ ਬਾਬਰ ਆਜ਼ਮ ਤੇ ਨਾ ਉਹ ਤਨਕੀਦ ਕਰ। ਔਰ ਮੈਂ ਇੱਕ ਗੱਲ ਰਿਪੀਟ ਕਰਾਂਗਾ ਕਿ ਜਿਸਲੇ ਬਾਬਰ ਖੇਲ ਰਿਹਾ ਸੀ, ਬਾਬਰ ਦੀ ਵਾਰੀ ਆਈ ਤੇ ਰਮੀਜ਼ ਰਾਜਾ ਸਾਹਿਬ ਦੀ ਕਮੈਂਟਰੀ ਤੁਸੀਂ ਸੁਣੀ ਹੋਣੀ ਨਾਜ਼ਰੀਨ। ਰਮੀਜ਼ ਰਾਜਾ ਸਾਹਿਬ ਨੇ ਕਿਹਾ ਸੀ ਕਿ ਅੱਜ ਬਾਬਰ ਕੋਲੇ ਅਮਰ ਹੋਣ ਦਾ ਟਾਈਮ ਹੈ, ਕਿ ਫਰਹਾਨ ਆਊਟ ਹੋ ਗਿਆ, ਸਾਇਮ ਅਯੂਬ ਆਊਟ ਹੋ ਗਿਆ, ਇਵਨ ਸਲਮਾਨ ਤੇ ਚਲੋ ਠੀਕ ਹੈ, ਐਡਾ ਕੋਈ ਬੈਟਰ ਨਹੀਂ, ਲੇਕਿਨ ਦੋ ਸਾਡੇ ਓਪਨਰ ਜਿਹੜੇ ਬੈਸਟ ਜਿਨ੍ਹਾਂ ਤੇ ਉਮੀਦ ਰੱਖੀ। ਤੀਜੇ ਨੰਬਰ ਤੇ ਬੈਟਸਮੈਨ ਆਉਂਦਾ, ਤੀਜੇ ਨੰਬਰ ਤੇ 1 ਡਾਊਨ ਆਉਂਦਾ, ਤੂੰ ਕਹਿੰਦਾ ਬੈਟਸਮੈਨ ਨਹੀਂ ਹੈਗਾ ਯਾਰ। ਇਹ ਆਪਣੀ ਕੁਛ ਹੁੰਦੀ ਹੈ ਨਾ ਕਿ ਯਾਰ ਮੈਨੂੰ ਖਾਸ ਉਮੀਦਾਂ ਨਹੀਂ ਕੋਈ ਹੈਗੀਆਂ ਕੈਪਟਨ ਸਾਹਿਬ ਤੇ, ਲੇਕਿਨ ਮੈਂ ਕਹਿੰਦਾ ਕਿ ਉਹ ਸਾਡੀ ਰੀੜ ਦੀ ਹੱਡੀ ਜਿਹੜੇ ਸੀ, ਅੱਛਾ ਰੀੜ ਦੀ ਹੱਡੀ ਸੀ, ਜਿਹੜੇ ਆਊਟ ਹੋ ਗਏ ਤੇ ਮਤਲਬ ਚੌਥਾ ਨੰਬਰ ਆਇਆ ਬਾਬਰ ਦਾ। ਤੁਸੀਂ ਇਹ ਦੇਖੋ, ਤੀਸਰਾ ਚੌਥਾ ਤੁਸੀਂ ਇਹ ਦੇਖੋ, ਚਲੋ ਤੁਹਾਡੀ ਗੱਲ ਮੰਨ ਲਈ ਅਸੀਂ। ਤੁਸੀਂ ਇਹ ਦੇਖੋ ਕਿ ਜਿਹੜਾ ਸਾਇਮ ਅਯੂਬ ਹੈ, ਹਾਂਜੀ, ਇੱਕ ਦਿਨ ਕ੍ਰਿਕਟ ਦੇ ਵਿੱਚ ਨਾ ਰੋਲ ਹੁੰਦਾ ਤੁਹਾਡਾ ਪ੍ਰਾਇਮਰੀ ਰੋਲ ਤੇ ਫਿਰ ਸੈਕੰਡਰੀ ਰੋਲ ਹੁੰਦਾ। ਪ੍ਰਾਇਮਰੀ ਰੋਲ ਹੁੰਦਾ ਕਿ ਤੁਸੀਂ ਇਹ ਤੇ ਜ਼ਰੂਰੀ ਹੈ ਨਾ, ਇਹ ਤੇ ਜ਼ਰੂਰੀ, ਅਗਲਾ ਕੰਮ ਜਿਹੜਾ ਨਾ ਉਹ ਬਾਅਦ ਦੀ ਗੱਲ, ਬਾਅਦ ਚ ਕਰਾਂਗੇ। ਹੁਣ ਇਹ ਬੰਦਾ ਓਪਨਰ ਹੈ, ਸਭ ਤੋਂ ਜ਼ਰੂਰੀ ਹੈ ਕਿ ਇਹ ਬੰਦਾ ਰਨ ਬਣਾਵੇ। ਇਹ ਬਣਾਉਂਦਾ ਹੀ ਨਹੀਂ ਰਨ, ਉਹ ਵਿਕਟਾਂ ਲੈ ਕੇ ਅੱਛੀ ਬੋਲਿੰਗ ਕਰਾ ਕੇ ਜਿਹੜਾ ਨਾ ਉਹ ਹੀਰੋ ਬਣ ਜਾਂਦਾ, ਔਰ ਕੋਈ ਬੰਦਾ ਉਹਦੇ ਤੇ ਗੱਲ ਹੀ ਨਹੀਂ ਕਰਦਾ। ਇਹਦੇ ਚ ਥੋੜਾ ਜਿਹਾ ਮੈਂ ਵੀ ਕਹਾਂਗਾ ਕਿ ਮਾਈਕ ਹੈਸਨ ਸਾਹਿਬ ਜਿਹੜੇ ਸਾਡੇ ਕੋਚ ਹੈਗੇ, ਇਹ ਮੈਂਟੈਲਿਟੀ ਉਹੀ ਲੈ ਕੇ ਚੱਲ ਰਿਹਾ ਜਿਹੜੀ ਇਸਲਾਮਾਬਾਦ ਯੂਨਾਈਟਿਡ ਵਾਲੀ। ਇਸਲਾਮਾਬਾਦ ਯੂਨਾਈਟਿਡ ਤੁਸੀਂ ਅਗਰ ਦੋਵੇਂ ਇਸਲਾਮਾਬਾਦ ਯੂਨਾਈਟਿਡ ਵਾਲੇ ਕਪਤਾਨ ਵੀ ਇਸਲਾਮਾਬਾਦ ਯੂਨਾਈਟਿਡ ਦਾ ਸੀ ਤੇ ਇਹ ਆਪਣਾ ਮਾਈਕ ਹੈਸਨ ਵੀ ਇਸਲਾਮਾਬਾਦ ਯੂਨਾਈਟਿਡ ਦਾ। ਜੀ, ਮੈਂ ਤੁਹਾਡੀ ਗੱਲ ਤੋਂ ਐਗਰੀ ਕਰਦਾ, ਲੇਕਿਨ ਤੁਸੀਂ ਇੱਕ ਗੱਲ ਤੁਸੀਂ ਮੇਰੀ ਤੇ ਐਗਰੀ ਕਰੋਗੇ ਕਿ ਇਸਲਾਮਾਬਾਦ ਯੂਨਾਈਟਿਡ ਦੇ ਵਿੱਚ ਹਰ ਬੰਦਾ ਤਕਰੀਬਨ ਸਾਹਿਬਜ਼ਾਦਾ ਫਰਹਾਨ ਤੋਂ ਇਲਾਵਾ ਆਲ ਰਾਊਂਡਰ ਸੀ। ਔਰ ਮਾਈਕ ਹੈਸਨ ਦੀ ਸਾਈਕੀ ਉਹਨੇ ਤਾਂ ਬਾਬਰ ਤੱਕ ਨੂੰ ਆਫਰ ਕੀਤੀ ਸੀ ਤੇ ਬੋਲਿੰਗ ਸਿੱਖ ਲਾ, ਤੇ ਉਹ ਹੋਰ ਕੋਈ ਉਹਦੀ ਗੱਲ ਨੂੰ ਮੋਟੀਵੇਟ ਕਰੇ ਨਾ ਕਰੇ, ਲੇਕਿਨ ਸ਼ਾਹੀਨ ਸਾਹਿਬ ਕਰ ਗਏ। ਉਹ ਕਹਿੰਦੇ ਕਿ ਮੇਰੇ ਤੋਂ ਵੱਡਾ ਬੈਸਟ ਆਲ ਰਾਊਂਡਰ ਹੀ ਕੋਈ ਨਹੀਂ। ਯਾਰ ਤੂੰ ਇੱਕ ਚੀਜ਼ ਤੇ ਫੋਕਸ ਕਰਨਾ, ਉਹਨੂੰ ਜਸਪ੍ਰੀਤ ਬੁਮਰਾਹ ਸਚਿਨ ਨਹੀਂ ਬਣ ਸਕਦਾ, ਵਿਰਾਟ ਨਹੀਂ ਬਣ ਸਕਦਾ, ਉਹਨੇ ਆਪਣੀ ਗੇਮ ਤੇ ਫੋਕਸ ਕੀਤਾ। ਤੇ ਚਲੋ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹਦੇ ਤੇ ਮੈਂ ਮਤਲਬ ਕਿ ਫੁਟੇਜਸ ਆਈਆਂ ਨਾ ਉੱਥੇ ਉਹਦੀਆਂ ਪ੍ਰੈਕਟਿਸ ਦੀਆਂ ਫੁਟੇਜਸ ਆਈਆਂ। ਆਪਣਾ ਫਖਰ ਜ਼ਮਾਨ ਨੇ ਆਪਣਾ ਬੈਟਿੰਗ ਕਰਕੇ ਚਲਾ ਗਿਆ, ਥੱਕ ਗਿਆ, ਈਜ਼ੀ ਹੋ ਗਿਆ, ਉਹ ਆਪਣਾ ਉਹਨੇ ਕਿਹਾ ਕਿ ਜੀ ਓਕੇ ਮੇਰੀ ਪ੍ਰੈਕਟਿਸ ਹੋ ਗਈ, ਤੇ ਸ਼ਾਹੀਨ ਸ਼ਾਹ ਅਫਰੀਦੀ ਲੱਗਿਆ ਬੈਟਿੰਗ ਕਰੀ ਜਾ ਰਿਹਾ। ਉਹ ਯਾਰ ਜਿਹੜਾ ਤੇਰਾ ਕੰਮ ਹੈ, ਬੋਲਿੰਗ ਤੇਰਾ ਕੰਮ ਹੈ, ਉਹ ਤੇਰੇ ਕੋਲ ਹੁੰਦੀ ਨਹੀਂ। ਤੂੰ 148 49 50 ਦੀ ਸਪੀਡ ਤੇ ਗੇਂਦ ਕਰਾਉਂਦਾ ਸੀ, 136 ਤੇ ਆ ਗਿਆ ਤੂੰ, 132 36 33 32 ਇਹਦੇ ਤੇ ਆ ਗਿਆ, ਔਰ ਉਹਦੀ ਨਹੀਂ ਪ੍ਰੈਕਟਿਸ ਕਰ ਰਿਹਾ। ਉਹ ਪ੍ਰੈਕਟਿਸ ਕਰ ਰਿਹਾ ਕਾਦੀ? ਛੱਕੇ ਮਾਰਨੇ। ਮੈਂ ਆਲ ਰਾਊਂਡਰ ਹਾਂ, ਮੈਨੂੰ ਆਲ ਰਾਊਂਡਰ ਕਿਆ ਕਰੋ। ਮੈਨੂੰ ਲੱਗਦਾ ਮਹੱਲੇ ਚ ਬੱਚਿਆਂ ਨੂੰ ਵੀ ਪੈਸੇ ਦੇ ਕੇ ਕਹਿੰਦਾ ਹੋਗਾ ਮੈਨੂੰ ਆਲ ਰਾਊਂਡਰ ਕਹੋ ਸਰ। ਔਰ ਬੜੀ ਤੁਸੀਂ ਅੱਛੀ ਗੱਲ ਕੀਤੀ ਹੈ ਸ਼ਾਹੀਨ ਸਾਹਿਬ ਤੇ। ਸ਼ਾਹੀਨ ਸਾਹਿਬ ਦੀ ਗੱਲ ਹੋ ਰਹੀ ਹੈ ਸਰ, ਮੇਰਾ ਇਹ ਮੰਨਣਾ ਹੈ ਕਿ ਕਮ ਸੇ ਕਮ ਜੇ ਤੁਸੀਂ ਜਿਹੜੀ ਫੀਲਡ ਦੇ ਵਿੱਚ ਬੈਸਟ ਹੈਗੇ ਹੋ ਉਹ ਕਰੋ। ਬਾਬਰ ਦੇ ਵਿੱਚ 100 ਕੁ ਬੁਰਾਈਆਂ ਸਹੀ,
ਆਪਣੀ ਬਾਬਰ ਤੇ ਕਿਸੇ ਚ ਵੀ ਬੈਸਟ ਨਹੀਂ ਹੈਗਾ, ਉਹਨੂੰ ਛੱਡ ਦਿਓ ਉਹਨੂੰ, ਉਹਦਾ ਆਖਰੀ ਮੈਚ ਉਹਨੂੰ ਅੱਲਾਹ ਵਾਸਤੇ ਛੱਡ ਦਿਓ, ਆਖਰੀ ਮੈਚ। ਲੇਕਿਨ ਉਹ ਬਾਬਰ ਨੇ ਫਿਰ ਵੀ ਮਾਈਕ ਹੈਸਨ ਦੀ ਨਹੀਂ ਮੰਨੀ, ਬੋਲਿੰਗ ਵੱਲ ਨਹੀਂ ਆਇਆ। ਠੀਕ ਹੈ, ਉਹਨੇ ਕਿਹਾ ਸੀ ਕਿ ਤੇਰੀ ਜਗ੍ਹਾ ਮੈਂ ਟੀਮ 'ਚ ਬਣਾ ਦੇਵਾਂਗਾ, ਜਦੋਂ ਪਿੱਛੇ ਜੇ ਗੱਲਾਂ ਹੋ ਰਹੀਆਂ ਸੀ ਕਿ ਜੀ ਬਾਬਰ ਨੂੰ T20 'ਚ ਨਹੀਂ ਖਿਲਾਉਣਾ, ਇਹ ਉਹ ਸਭ ਕੁਝ। ਲੇਕਿਨ ਬਾਬਰ ਫਿਰ ਵੀ ਇਸ ਗੱਲੋਂ ਸਿਆਣਾ ਰਿਹਾ ਕਿ ਉਹਨੇ ਕਮ ਸੇ ਕਮ ਗੇਮ ਤੇ ਫੋਕਸ ਕੀਤਾ। ਅਸਰ ਕੋਈ ਹੋਇਆ ਨਹੀਂ ਹੋਇਆ, ਕਿਤੇ ਫੋਕਸ ਕੀਤਾ, ਕਿਤੇ ਖੁਦਾ ਤੋਂ ਡਰ ਜਾ ਯਾਰ। ਅੱਛਾ ਵੈਸੇ ਤੁਹਾਨੂੰ ਇੱਕ ਗੱਲ ਦੱਸਾਂ ਮੈਂ, ਇੱਕ ਗੱਲ ਇਹ ਕਿੰਨਾ ਰੌਲਾ ਪੈ ਗਿਆ, ਬੇਇੱਜ਼ਤੀ ਹੋ ਗਈ, ਇੰਨੀਆਂ ਗੱਲਾਂ ਕਰ ਲੀਆਂ, ਪਾਕਿਸਤਾਨ ਇੰਡੀਆ ਤੋਂ ਹਾਰ ਗਿਆ, ਅਗਲਾ ਦਾ ਗੱਲ ਹੈ। ਅੱਛਾ ਇਹਦੇ ਵਿੱਚ ਨਾ ਸਭ ਤੋਂ ਵੱਡੀ ਅਗਰ ਕਿਸੇ ਬੰਦੇ ਨੇ ਸਿਆਸਤ ਖੇਡੀ ਹੈ ਨਾ ਤੇ ਉਹ ਬੰਦਾ ਹੈ ਆਕਿਬ ਜਾਵੇਦ, ਚੀਫ ਸਿਲੈਕਟਰ ਆਫ ਪਾਕਿਸਤਾਨ ਕ੍ਰਿਕਟ ਟੀਮ। ਅੱਛਾ ਉਹ ਕਿਵੇਂ? ਅੱਛਾ ਆਕਿਬ ਜਾਵੇਦ ਨੇ ਬਾਬਰ ਆਜ਼ਮ ਨੂੰ T20 ਚੋਂ ਬਾਹਰ ਕੱਢਤਾ। ਉਹਨੇ ਆਖਿਆ ਭਾਈ ਤੈਨੂੰ ਸਾਨੂੰ ਤੇਰੀ ਕੋਈ ਲੋੜ ਨਹੀਂ ਤੇ ਜਾ ਮੇਰਾ ਭਰਾ। ਲੋਕਾਂ ਨੇ ਬਹੁਤ ਗੱਲਾਂ ਕੀਤੀਆਂ, ਬੇਇੱਜ਼ਤੀ ਕੀਤੀ, ਇਹ ਜਿੱਥੇ ਜਾਂਦਾ ਸੀ ਆਕਿਬ ਜਾਵੇਦ ਉੱਥੋਂ ਵੀ ਲੋਕਾਂ ਨੇ ਇਹਨੂੰ, ਤੁਹਾਨੂੰ ਯਾਦ ਹੋਏਗਾ ਕਿਸੇ ਸਟੇਡੀਅਮ 'ਚ ਬੈਠੇ ਸੀ, ਕਿਸੇ ਲੋਕਾਂ ਨੇ ਇੰਨੇ ਹੂਟ ਕੀਤਾ ਕਿ ਉਹ ਬੰਦੇ ਨੂੰ ਜਗ੍ਹਾ ਛੱਡ ਕੇ ਉੱਠ ਕੇ ਜਾਣਾ ਪਿਆ ਜੀ, ਤਨਕੀਦ ਕੀਤੀ। ਠੀਕ ਹੈ, ਉਸ ਤੋਂ ਬਾਅਦ ਇਹਨੇ ਭਾਈ ਨੇ ਕੀ ਕੀਤਾ, ਇਹਨੇ ਚੁੱਪ ਕਰਕੇ ਉਹਨੂੰ ਜੀ ਪਾਕਿਸਤਾਨ ਦੀ ਪਲੇਇੰਗ 11 ਚ ਸ਼ਾਮਲ ਕੀਤਾ। ਹਾਂਜੀ, ਉਸ ਤੋਂ ਬਾਅਦ ਵੱਡਾ ਪੱਤਾ ਇਹ ਖੇਡਿਆ, ਆਸਟ੍ਰੇਲੀਆ ਭੇਜਤਾ, ਸਿਡਨੀ ਸਿਕਸਰਸ ਚ। ਉੱਥੇ ਬਾਬਰ ਆਜ਼ਮ ਖਤ ਲਿਖਦਾ ਰਿਹਾ ਕਿ ਮੈਨੂੰ ਵਾਪਸ ਬੁਲਾਓ, ਵਾਪਸ ਬੁਲਾਓ। ਕਹਿੰਦਾ ਨਾ 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 ਨਾ, ਪੁੱਤਰ ਪੂਰੇ ਮੈਚ ਖੇਡ ਕੇ ਆ, ਪੁੱਤਰ ਪੂਰੇ। ਉੱਥੇ ਪੂਰੀ ਤਰ੍ਹਾਂ ਐਕਸਪੋਜ਼ ਕਰਾਇਆ ਉਹਨੇ। ਉੱਥੋਂ ਬਿਲਕੁਲ ਲੋਕਾਂ ਨੂੰ ਪਤਾ ਲੱਗਾ ਕਿ ਯਾਰ ਇਹਦੇ ਪੱਲੇ ਕੁਛ ਨਹੀਂ, ਇਹਦੇ ਪੱਲੇ ਕੱਖ ਨਹੀਂ ਹੈਗਾ। ਠੀਕ ਹੈ, ਉਸ ਤੋਂ ਬਾਅਦ ਵਾਪਸ ਆਇਆ ਤੇ ਉਹਨੇ ਕਿਹਾ ਤੂੰ ਸਾਰੇ ਮੈਚ ਖੇਡਣੇ ਆ, ਲੋਕ ਗੱਲਾਂ ਕਰ ਰਹੇ ਆ ਕਿ ਬਾਬਰ ਨੂੰ ਬਿਠਾ ਦਿਓ, ਬਾਬਰ ਦੀ ਜਗ੍ਹਾ ਤੇ ਤੁਸੀਂ ਫਖਰ ਨੂੰ ਕਢਾਓ। ਕਹਿੰਦਾ ਨਾ ਨਾ ਨਾ, ਇਹਨੇ ਪੂਰੇ ਮੈਚ ਖੇਡਣੇ। ਉਹ ਹਰ ਤਰ੍ਹਾਂ ਤੋਂ ਉਹਨੂੰ ਐਕਸਪੋਜ਼ ਕਰ ਰਿਹਾ, ਹਰ ਤਰ੍ਹਾਂ ਤੋਂ ਐਕਸਪੋਜ਼ ਕਰ ਰਿਹਾ। ਹੁਣ ਜਦੋਂ ਦੇਖੋ ਵਰਲਡ ਕੱਪ ਤੋਂ ਬਾਅਦ ਇਹ ਬਕਲਮ ਖੁਦ ਕਹੇਗਾ ਕਿ ਮੈਂ ਰਿਟਾਇਰਮੈਂਟ ਲੈਣਾ। ਔਰ ਯਾਰ ਮਤਲਬ ਕਿ ਮੈਂ ਹੈਰਾਨ ਪਰੇਸ਼ਾਨ ਹੈ। ਮੈਂ ਤੁਹਾਡੀ ਗੱਲ ਇੱਕ ਵਾਰੀ ਫੇਰ ਕੱਟਦਾ ਕਿ ਬਾਬਰ ਨੇ ਨਾ ਉਮੀਦ ਨਹੀਂ ਕੀਤਾ ਆਕਿਬ ਜਾਵੇਦ ਨੂੰ। ਉਹਨੇ ਕਿਹਾ ਸਰ ਤੁਸੀਂ ਤਾਬੇਦਾਰ, ਤੁਹਾਡਾ ਮੈਂ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਰਾਂਗਾ। ਹਾਂਜੀ, ਮੈਂ ਪਾਕਿਸਤਾਨੀ ਆਵਾਮ ਦੀ ਉਮੀਦਾਂ ਤੇ ਪੂਰਾ ਉਤਰਾਂ ਨਾ ਉਤਰਾਂ, ਜਿਹੜੇ ਮੇਰੇ ਫੈਨ ਹੈ ਮੇਰੇ ਪਿੱਛੇ ਲੜਾਈਆਂ ਕਰਦੇ ਆ, ਇਹ ਉਹ ਪਾਗਲ ਹੋ ਗਈ ਯਾਰ ਦੁਨੀਆ ਬਾਬਰ ਕਰਦੀ। ਹਾਂਜੀ, ਈਵਨ ਕਿ ਸਟੇਡੀਅਮ ਦੇ ਵਿੱਚ ਕਿਸੇ ਪਲੇਅਰ ਦੇ ਇੰਨੀ ਚੇਅਰਸ ਨਹੀਂ ਹੁੰਦੀ। ਮੈਂ ਕਹਿੰਦਾ ਕਿ ਇਹ ਅੱਲਾਹ ਪਾਕ ਨੇ ਇੱਜ਼ਤ ਦਿੱਤੀ, ਲੇਕਿਨ ਅੱਲਾਹ ਪਾਕ ਨੇ ਇੱਜ਼ਤ ਦਿੱਤੀ ਤਾਂ ਸਰ ਤੁਸੀਂ ਕੋਈ ਰਿਗਾਰਡ ਦਿਓ ਨਾ। PCB ਨੇ ਤੁਹਾਡੇ ਤੇ ਇਨਵੈਸਟਮੈਂਟ ਕੀਤੀ, ਆਵਾਮ ਦੇ ਤੁਸੀਂ ਦਿਲਾਂ ਦੇ ਹੀਰੋ ਬਣ ਗਏ। ਲੇਕਿਨ ਨਾ ਪਤਾ ਗੱਲ ਕੀ ਹੈ, ਉਹ ਟੀਮ ਪਲਾਨ ਹੁੰਦਾ ਨਾ ਕਿ ਸਾਰੀ ਟੀਮ ਮਿਲ ਕੇ ਬਹਿ ਜਾਂਦੀ ਕਿ ਯਾਰ ਇਹ ਮੁਖਾਲਫ ਹੈ। ਜਿਸ ਤਰ੍ਹਾਂ ਕਿ ਇੰਡੀਆ ਨਾਲ ਸਾਡਾ ਮੈਚ ਹੋਇਆ ਤਾਂ ਉਹਨਾਂ ਨੇ ਸੋਚਿਆ ਅੱਛਾ ਸਾਈਮ ਅਯੂਬ ਨੂੰ ਕਿਵੇਂ ਫੜਨਾ ਤੇ ਕਿਆ ਹੋਏਗਾ ਨਾ ਆਪਣਾ ਇਹਨੇ ਬੁਮਰਾਹ ਨੇ, ਉਹਨੇ ਕਹਾ ਉਹ ਮੇਰੇ ਤੇ ਛੱਡ ਦਿਓ, ਤੁਸੀਂ ਉਹਨੂੰ ਮੈਂ ਫੜ ਲਵਾਂਗਾ। ਤੇ ਗੱਲ ਕੀ ਹੋਏਗਾ ਕਿ ਸਾਹਿਬਜ਼ਾਦਾ ਫਰਹਾਨ ਨੂੰ ਕਿਹਨੇ ਫੜਨਾ, ਉਹਨੇ ਕਿਹਾ ਹੋਏਗਾ ਹਾਰਦਿਕ ਪਾਂਡਿਆ ਨੇ, ਉਹਨੂੰ ਮੈਂ ਫੜ ਲਾਂਗਾ, ਉਹਨੂੰ ਮੈਂ ਸ਼ਾਰਟ ਪਿਚ ਗੇਂਦ ਦੇਵਾਂਗਾ, ਉਹਨੇ ਇੱਧਰ ਵਲੇਟਾ ਹੀ ਮਾਰਨਾ, ਮੈਂ ਇੱਥੇ ਗੇਂਦ ਰੱਖਾਂਗਾ, ਉਹਨੇ ਆਊਟ ਦੇ ਦੇਣਾ, ਕੈਚ ਹੋ ਜਾਣਾ। ਉਹਨੇ ਕਿਸੇ ਨੇ ਕਿਹਾ ਉਹਨੇ ਬਾਬਰ ਆਜ਼ਮ, ਲਗਾ ਛੱਡੋ ਯਾਰ ਬਾਬਰ ਆਜ਼ਮ ਦਾ ਨਾਂ ਹੀ ਨਾ ਲਓ, ਉਹਨੂੰ ਤਾਂ ਕੋਈ ਵੀ ਆਊਟ ਕਰ ਲੇ, ਇਹ ਤਾਂ ਕਿਸੇ ਖਾਤੇ 'ਚ ਹੀ ਨਹੀਂ, ਉਹਨੂੰ ਤਾਂ ਕੋਈ ਵੀ ਆਊਟ ਕਰ ਲੇ, ਨਾ ਪਲੇਅਰਾਂ 'ਚ ਨਾ ਸਪੇਅਰਾਂ 'ਚ ਨਾ ਤਿੰਨਾਂ 'ਚ ਨਾ 13 'ਚ। ਓਹੋ ਇਹ ਹੁਣ ਬਾਬਰ ਆਜ਼ਮ ਦੇ ਬਾਰੇ 'ਚ ਇਹ ਗੱਲਾਂ ਹੁੰਦੀਆਂ, ਬਾਕੀ ਟੀਮ ਉਹ ਕਹਿੰਦੇ ਯਾਰ ਛੱਡੋ ਯਾਰ ਉਹਨੂੰ, ਉਹ ਤੇ ਚੱਲਦੀ ਫਿਰਦੀ ਵਿਕਟ ਹੈ, ਕੋਈ ਵੀ ਲੈ ਲੇਗਾ। ਫਾਈਨਲ ਗੱਲ ਹੋਈ ਭੋਲਾ ਰਿਕਾਰਡ ਸਾਹਿਬ ਵਾਲੀ ਕਿ ਸ਼ੋਰਿਆ ਤੂੰ मेरे लेवल का नहीं। खैर बाबर आजम एक औरा था, बाबर आजम का औरा अब खत्म हो गया। बाबर आजम को अल्लाह ताला ने बहुत इज्जत दी थी। अभी 31 साल बाबर आजम की उम्र है। बाबर आजम अच्छा खेलते तो अच्छा परफॉर्म करते तो बाबर आजम मजीद आगे 7-8 साल खेल सकते थे, लेकिन ये बाबर भाई ये आपकी अपनी कमजोरियां हैं। मैंने कहा था कि अगर कोई आखिरी फैन हुआ बाबर आजम का तो वो मैं हूँगा। मैं अपने अल्फाज वापस लेता हूँ। 56 नंबर की शर्ट मैं लै छड़ी सी कि कदी ना कदी बाबर साहब परफॉर्मेंस चाहणगे और मैं सैलीब्रेट करांगा 56 नंबर, आई लव माई किंग। लेकिन सर आर्यन खान दी बैड्स ऑफ बॉलीवुड जिते च उन्होंने शाहरुख ने भी कहता है कि मेरे डैश का किंग। अच्छा वो गल ਅਸੀਂ ਕਰ ਰਹੇ ਸੀ ਨਾ ਮੈਚਾਂ ਦੀ ਕਿ ਜੀ ਹੁਣ ਤੁਸੀਂ ਦੇਖੋ ਨਾ ਕਿ ਹੁਣ ਅਗਰ ਕਿਸੇ ਨੂੰ ਕੱਢਣ ਦੀ ਗੱਲ ਹੋ ਰਹੀ ਹੈ ਤੇ ਉਹ ਬਾਬਰ ਆਜ਼ਮ ਨੂੰ ਨਹੀਂ ਕੱਢਣ ਦੀ ਗੱਲ ਹੋ ਰਹੀ। ਉਹ ਮਤਲਬ ਕਿ ਮੈਂ ਉਹਨਾਂ ਦੋਸਤਾਂ ਨੂੰ ਸੁਣਿਆ, ਉਹਨਾਂ ਦੋਸਤਾਂ ਨੂੰ ਜਿਹੜੇ ਸਾਡੇ ਜਰਨਲਿਸਟ ਦੋਸਤ ਉੱਥੇ ਜਾ ਕੇ ਕਵਰੇਜ ਕਰ ਰਹੇ ਆ ਨਾ, मैं ਉਹਨਾਂ ਦੇ ਵਲੌਗ देखे, ਉਹਨਾਂ ਦੇ ਨਾਲ ਗੱਲ ਹੋਈ है ना, तो उन्होंने गल की थी, उन्होंने कहा कि जी अगर निकालने की बात हो रही है तो साहबजादा फरहान को निकालने की बात हो रही है। दसो यार अगर निकालने की बात हो रही है शादाब को निकालने की बात नहीं हो रही, अगर निकालने की बात हो रही है तो फहीम अशरफ को निकालने की बात हो रही है। दो जवाई ते एक साला विच ही होई जिन्हें शाहीन अफरीदी ਨੂੰ ਨਹੀਂ ਕੱਢਿਆ ਜਾਏਗਾ। ਅਗਰ ਕੱਢਿਆ ਜਾਏਗਾ ਤੇ ਹੋ ਸਕਦਾ ਉਹਨੂੰ ਕੱਢ ਦੇਣ, ਮੁਹੰਮਦ ਨਵਾਜ਼ ਨੂੰ ਕੱਢ ਦੇਣ।
ਔਰ ਜਿਹੜਾ ਬੈਸਟ ਪਰਫਾਰਮੈਂਸ ਦੇ ਰਿਹਾ, ਹਾਂ ਬੈਸਟ ਪਰਫਾਰਮੈਂਸ ਦੇ ਰਿਹਾ ਸਭ ਤੋਂ ਅੱਛੀ, ਉਹਨੂੰ ਕੱਢਿਆ ਜਾਏਗਾ, ਉਹਨਾਂ ਨੂੰ ਕੱਢਿਆ ਜਾਏਗਾ ਕੱਲ ਦੇ ਮੈਚ, ਸੌਰੀ ਅੱਜ ਦੇ ਮੈਚ। ਤੇ ਉਹ ਜਿਹੜਾ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਚੱਲ ਰਹੀ ਹੈ, ਤੇ ਤੁਸੀਂ ਦੇਖੋ ਉਹ ਕੱਲ ਨੂੰ ਅਗਰ ਜਦੋਂ ਵੱਡੀਆਂ ਟੀਮਾਂ ਨਾਲ ਮੈਚ ਹੋਏਗਾ, ਵੱਡੀਆਂ ਟੀਮਾਂ ਤੋਂ ਮੁਰਾਦ ਸ਼੍ਰੀਲੰਕਾ ਪਾਕਿਸਤਾਨ ਵਾਸਤੇ ਤਾਂ ਬਹੁਤ ਵੱਡੀ ਹੈ। ਕੱਲ ਜਿਸ ਤਰ੍ਹਾਂ ਇੰਡੀਆ ਨੂੰ ਉਹ ਆਪਣਾ ਸੌਰੀ ਆਸਟ੍ਰੇਲੀਆ ਨੂੰ ਕੁੱਟਿਆ ਉਹਨਾਂ ਨੇ, ਇੰਜ ਕੁੱਟਿਆ ਜਿਵੇਂ ਉਹ ਚਪੇੜਾਂ ਵਾਲੀ ਕਬੱਡੀ ਨਹੀਂ ਵੇਖੀ ਹੈ ਨਾ, ਉਹ ਵਾਲਾ ਹਿਸਾਬ ਕੱਲ ਕੀਤਾ ਇਹਨਾਂ ਨੇ। ਔਰ ਨਿਸ਼ਾਨ ਖਾਨ ਨੇ ਜੋ ਸ਼ਾਹੀਨ ਦਾ ਨਿਸ਼ਾਨ ਯਾਦ ਰੱਖਣਗੇ, ਨਿਸ਼ਾਨ ਖਾਨ ਨੇ ਜੋ ਹੱਲ ਕਰਨਾ ਸ਼ਾਹੀਨ ਦਾ, ਸਾਡੇ ਪ੍ਰੀਮੀਅਮ ਐਡ ਦੇ ਵਿੱਚ ਕੀ ਕਹਿੰਦਾ, ਪ੍ਰੀਮੀਅਮ ਫਾਸਟ ਬॉलर, प्रीमियर फास्ट बॉलर पाकिस्तान का महंगा तरीन बॉलर। हाँ जी, शर्म होती है, कुछ हया होती है यार। बहरहाल जी बारिश आज होने की बहुत ज्यादा चांस, चोली चौक के दुआ करो नाजरीन, बच्चे थे से जी बारिश होगी। अगर बारिश हो भी जाती है तो यार कोई मसला नहीं, पाकिस्तान ਨੂੰ 1 ਪੁਆਇੰਟ ਮਿਲ ਜਾਏਗਾ। 1 ਪੁਆਇੰਟ ਹੀ ਚਾਹੀਦਾ ਸਾਨੂੰ, ਦੁਆਵਾਂ ਦੇ ਸਾਰੇ, ਸਿਰਫ ਹਾਰ ਨਹੀਂ ਚਾਹੀਦੀ। ਅਗਰ ਅਸੀਂ ਜਿੱਤ ਵੀ ਜਾਂਦੇ ਤਾਂ ਵੀ ਠੀਕ ਹੈ, ਅਗਰ ਸਾਨੂੰ 1 ਪੁਆਇੰਟ ਬਾਰਿਸ਼ ਦੀ ਵਜ੍ਹਾ ਤੋਂ ਮਿਲ ਜਾਂਦਾ ਅਸੀਂ ਫਿਰ ਵੀ ਅੱਗੇ ਚਲੇ ਜਾਵਾਂਗੇ, सुपर 8 में हम पहुंच जाएंगे। और शाहिद साहब का बड़ा इंटरेस्टिंग मैं स्टेटस एक देखा इंडिया तो हारन तो बाद और शाहिद साहब का स्टेटस ये सी काफी मशहूर है, किसी और बंदे ने भी लाया होना कि आगा सलमान कह रहे हैं कि ਤੁਸੀਂ ਸਾਡੀ ਕ੍ਰਿਕਟ ਦੀ ਛੱਡੋ, ਤੁਸੀਂ ਆਪਣੇ ਇਮਾਨ ਦੀ ਫਿਕਰ ਕਰੋ। ਹਾਂਜੀ, ਕਿ ਇੰਨੇ ਕਰੋੜ ਆਵਾਮ ਦੀ ਵੀ ਦੁਆਵਾਂ ਕਬੂਲ ਨਹੀਂ ਹੋ ਰਹੀਆਂ ਤੇ ਯਾਰ ਤੁਹਾਡੇ ਇਮਾਨ 'ਚ ਕੋਈ ਖਲਲ ਪੈ ਗਿਆ ਹੈ, ਤੁਹਾਡੇ ਇਮਾਨ 'ਚ ਕੋਈ ਫਰਕ ਹੈਗਾ। ਮਤਲਬ ਯਾਰ ਕਿ ਇੰਨੇ ਮੁਸਲਮਾਨ ਰਲ ਕੇ ਦੁਆ ਕਰਨ ਤੇ ਹੋ ਹੀ ਜਾਂਦਾ ਹੈ। ਇਹਨੇ ਕਿ ਸਾਡੀ ਕ੍ਰਿਕਟ ਦੀ ਖੈਰ ਨਾ ਮਨਾਓ, ਤੁਸੀਂ ਆਪਣੇ ਇਮਾਨ ਦੀ ਖੈਰ ਮਨਾਓ ਕਿ ਹੁਣ ਨਾਜ਼ਰੀਨ ਤੁਹਾਡਾ ਇਮਾਨ ਵੀ ਦਾਅ ਤੇ ਲੱਗਿਆ ਹੋਇਆ ਨਾਲ। ਹਾਂਜੀ, तो मेरा ख्याल है काफी गल्लां ਅਸੀਂ ਕਰ ਲਈਆਂ ਹੋਈਆਂ, ਆਖਰੀ ਗੱਲ ਕਰਕੇ ਵੀਡੀਓ ਕਲੋਜ਼ ਕਰੀਏ। ਜੀ ਬਿਲਕੁਲ, ਕਿ ਅਗਰ ਤੁਸੀਂ ਜਿਹੜੇ ਬੈਂਚ ਤੇ ਬੈਠੇ ਤੁਹਾਡੇ ਖਿਡਾਰੀ ਆ, ਅਗਰ ਤੁਸੀਂ ਉਹਨਾਂ ਨੂੰ ਚਾਂਸ ਛੋਟੀਆਂ ਟੀਮਾਂ ਦੇ ਖਿਲਾਫ ਨਹੀਂ ਦੋਗੇ ਤੇ ਉਹ ਵੱਡੀਆਂ ਟੀਮਾਂ ਦੇ ਖਿਲਾਫ ਕਿਸ ਤਰ੍ਹਾਂ परफॉर्म करेंगे? ਆਸਟ੍ਰੇਲੀਆ ਦੇ ਨਾਲ ਖਿਲਾਉਣਗੇ, ਉਹਨਾਂ ਨੇ ਕਿਹਦੇ ਨਾਲ ਖਿਲਾਉਣਗੇ? नहीं, वो अगर आप उनको कल नामीबिया के खिलाफ, आज नामीबिया के खिलाफ अगर उनको आप चांस नहीं देते, जो आपके बेंच पे बैठे हुए हैं, जिनमें नसीम शाह है, जिनमें सलमान मिर्जा है, ख्वाजा नाफे है और फखर जमान है, आपके मेन प्लेयर हैं, अगर आप इनको नहीं खिलाते तो कल को जब श्रीलंका के साथ मैच होगा, जब आपका न्यूजीलैंड के साथ मैच होगा, तो फिर भाई उस वक्त अगर आप डालेंगे उनको तो वो परफॉर्म नहीं कर पाएंगे, तो वो आप लट लेके उनके पीछे चढ़ दौड़ेंगे कि हमने तो इनको चांस दिया था, खेल नहीं पाए। ਉਹ ਭਾਈ ਤੁਸੀਂ ਜਦੋਂ ਨਿੱਕੀਆਂ ਟੀਮਾਂ ਦੇ ਖਿਲਾਫ ਤਾਂ ਤੁਸੀਂ ਉਹਨਾਂ ਨੂੰ ਖਿਡਾ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਬਾਹਰ ਕੱਢਣਾ ਹੈ, ਤੇ ਫਿਰ ਉਹਨਾਂ ਨੂੰ ਖਿਡਾਓ ਨਾ ਜਿਨ੍ਹਾਂ ਨੇ ਅੱਗੇ ਖੇਡਣਾ ਹੈ। ਯਾਨੀ ਆਕਿਬ ਜਵੇਦ ਵਾਲੀ ਤਾਰੀਖ ਦੁਹਰਾਈ ਜਾਏਗੀ ਕਿ ਬਾਬਰ ਨੂੰ ਸਿਡਨੀ ਸਿਕਸਰ 'ਚ ਵੀ ਭੇਜਿਆ, ਦੇਖੋ ਚਲਾਇਆ ਫਲਾਨਾ, ਹੁਣ ਨਹੀਂ ਚੱਲਿਆ ਤੇ ਕੀ ਕਰੀਏ, ਕੀ ਕਰ ਸਕਦੇ ਹਾਂ। ਕਮ ਸੇ ਕਮ ਜਿਹੜੇ ਨਿਊ ਕਮਰ ਬੱਚੇ ਹੈ ਉਹ ਬਹੁਤ ਸਾਰੇ ਟੈਲੈਂਟ, ਯਾਰ ਤੁਸੀਂ ਸੁਹੇਲ ਦੇਖ ਲਓ, ਮੁੰਡਾ ਅਬਾਸ ਹੋ ਗਿਆ, ਠੀਕ ਹੈ, ਬਹੁਤ ਸਾਰੇ। ਅਸੀਂ ਉਹ ਤੇ ਬਾਅਦ ਦੀ ਗੱਲ ਹੈ ਨਾ, ਅਸੀਂ ਹੁਣ ਉਹਨਾਂ ਦੀ ਗੱਲ ਕਰ ਰਹੇ ਹਾਂ ਕਿ ਜਿਹੜੇ ਸਾਡੇ ਕੋਲੇ 15 ਖਿਡਾਰੀ ਅਸੀਂ ਸਿਲੈਕਟ ਕਰਕੇ ਲੈ ਕੇ ਮੈਂ ਸ਼ਾਇਦ ਸਾਹਿਬ ਗੁਜ਼ਸ਼ਤਾ ਥੋੜੀ ਜਿਹੀ ਤਾਰੀਖ ਦੁਹਰਾ ਰਹੇ ਕਿ ਇਸੇ ਤਰ੍ਹਾਂ ਹੀ ਨਾ ਕਈ ਟੈਲੈਂਟ ਜ਼ਾਇਆ ਕੀਤੇ, ਨਹੀਂ ਪਤਾ ਕਿ ਕਿਹਨੂੰ ਕਿੱਥੇ ਖਿਲਾਰਨਾ ਹੈ, ਕਿੱਥੇ ਖਿਲਾਉਣਾ ਹੈ। ਇੱਕ ਬੱਚਾ ਨਵਾਂ ਹੈ, ਉਹਨੂੰ ਬਾਹਰ ਦੇ ਪਿੱਚਾਂ ਦਾ ਨਹੀਂ ਪਤਾ ਜਾਂ ਉਹਨੂੰ ਉਹ ਸਮਝ ਬੂਝ ਨਹੀਂ ਹੈਗੀ, ਉਸ ਹਿਸਾਬ ਨਾਲ ਚਾਂਸ ਦਿਓ ਤਾਂ ਕਿ ਉਹਦੀ ਪ੍ਰੈਕਟਿਸ ਹੋ ਜਾਵੇ ਕਿ ਛੋਟੀ ਟੀਮ ਹੈਗੀ ਯਾਰ, ਚਲੋ ਇਹਦੇ ਖਿਲਾਫ ਉਹਨੂੰ ਸਮਝ ਜਾਏਗਾ ਪਿੱਚ ਨੂੰ। ਬਾਬਰ ਆਜ਼ਮ ਦੇ ਹੱਕ 'ਚ ਵੀ ਲੋਕ ਬੜੇ ਗੱਲ ਕਰ ਰਹੇ ਆ, ਕਹਿ ਰਹੇ ਆ ਕਿ ਜੀ ਬਾਬਰ ਆਜ਼ਮ ਮਤਲਬ ਓਪਨਰ ਪਲੇਅਰ ਹੈ, ਤੁਸੀਂ ਚੌਥੇ ਨੰਬਰ ਤੇ ਖਿਡਾ ਰਹੇ ਹੋ ਤੇ ਬਾਬਰ ਕੋਲ ਕਿੱਥੇ ਖੇਡਿਆ ਜਾਣਾ। ਮਤਲਬ ਬਾਬਰ ਆਜ਼ਮ ਕਿਸੇ ਵੀ ਹਾਲ 'ਚ ਹੋਏਗਾ ਨਾ, ਬਾਬਰ ਆਜ਼ਮ ਦੇ ਫੈਨ ਜਿਹਨੂੰ ਲੋਕ ਕਹਿੰਦੇ ਡੱਡੂ ਫੈਨ, ਹੁਣ ਸਿਰਫ ਸ਼ਾਦੀ ਹਾਲ 'ਚ ਚਲਾ ਜਾਵੇ ਤਾਂ ਜਾਨ ਛੱਡੇ ਤਾਂ ਕਿ ਇਹਨੂੰ ਵੀ ਕੋਈ ਤੰਗ ਕਰਨਾ ਲਾਵੇ ਨਾ ਯਾਰ। मेरा ख्याल है वीडियो ऐसी मुका दिए, काफी बड़ी वीडियो हो गई। नाज़रीन, अगर आपको हमारी वीडियो अच्छी लगी हो तो हमारी वीडियो को लाइक करें, शेयर करें और हमारे चैनल को सब्सक्राइब करें।